ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਚੋਣਾਂ ਭਖ ਦੇ ਮੁੱਦੇ ਦੇਣਗੇ ਹਲੂਣਾ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਤੁਹਾਡੀ। ਚਰਨਜੀਤ ਜੀ, ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ। ਗੱਲ ਕਰੀਏ ਤਾਂ 2 ਦਿਨ ਬਾਅਦ ਪੰਜਾਬ ਲਈ ਜਿਹੜਾ ਹੈਗਾ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਹੋ ਜਾਣਗੇ ਅਤੇ ਪੰਜਾਬ ਦੇ ਜਿੰਨੇ ਆਮ ਲੋਕ ਨੇ ਉਹ ਜਨਤਕ ਮੁੱਦਿਆਂ ਦੀ ਗੱਲ ਕਰ ਰਹੇ ਨੇ ਅਤੇ ਜਨਤਕ ਮਸਲੇ ਜਿਹੜੇ ਉਭਾਰ ਰਹੇ ਨੇ। ਉੱਥੇ ਹੀ ਪੰਜਾਬ ਦੇ ਸਿਆਸੀ ਆਗੂ ਜਨਤਕ ਮੁੱਦਿਆਂ ਨੂੰ ਸਾਈਡ 'ਤੇ ਰੱਖ ਕੇ ਜਿਹੜਾ ਹੈਗਾ ਨਿੱਜੀ ਤੌਰ 'ਤੇ ਹੱਲੇ ਕਰਨ ਲੱਗੇ ਹੋਏ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਐਤਕੀ ਮੁੱਖ ਇਹ ਮੁੱਦੇ ਕਿਹੜੇ ਰਹਿਣ ਵਾਲੇ ਨੇ, ਕਿਹੜੇ ਜਿਹੜੇ ਮੁੱਦੇ ਉਭਾਰਨ ਦੀ ਲੋੜ ਹੈ। ਅਗਰ ਅਸੈਂਬਲੀ ਚੋਣਾਂ ਨੂੰ ਲੈ ਕੇ ਅਸੀਂ ਮੁੱਦਿਆਂ ਦੀ ਗੱਲ ਕਰੀਏ ਤਾਂ ਕੋਈ ਵਕਤ ਹੁੰਦਾ ਸੀ ਕਿ ਜਦੋਂ ਕਿਸੇ ਵੀ ਚੋਣ ਦਾ, ਚਾਹੇ ਉਹ ਲੋਕ ਸਭਾ ਦੀ ਹੁੰਦੀ ਸੀ ਅਤੇ ਚਾਹੇ ਉਹ ਵਿਧਾਨ ਸਭਾ ਦੀ ਹੁੰਦੀ ਸੀ, ਕਿ ਜਦੋਂ ਵੀ ਚੋਣਾਂ ਦਾ ਐਲਾਨ ਹੁੰਦਾ ਸੀ ਤਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਕੁਝ ਰਵਾਇਤੀ ਮੁੱਦਿਆਂ ਨੂੰ ਆਪੋ ਆਪਣੇ ਬਸਤਿਆਂ 'ਚੋਂ, ਆਪੋ ਆਪਣੇ ਜਿਹੜੇ ਝੋਲਿਆਂ 'ਚੋਂ ਕੱਢ ਕੇ ਲੋਕਾਂ ਅੱਗੇ ਰੱਖਦੀਆਂ ਸਨ ਜੀ। ਅਤੇ ਉਹਨਾਂ ਮੁੱਦਿਆਂ 'ਤੇ ਹੀ ਉਹ ਵੋਟਾਂ ਹਾਸਲ ਕਰਦੀਆਂ ਸਨ ਅਤੇ ਉਹਨਾਂ ਮੁੱਦਿਆਂ ਦਾ ਰਾਗ ਅਲਾਪ ਕੇ ਜਿਹੜੀਆਂ ਰਵਾਇਤੀ ਸਿਆਸੀ ਧਿਰਾਂ ਸਨ ਜੀ, ਉਹ ਸੱਤਾ ਹਾਸਲ ਕਰ ਲੈਂਦੀਆਂ ਸਨ। ਉਹਨਾਂ ਦੇ ਜਿਹੜੇ ਵੋਟਰ ਵੀ ਕਾਫੀ ਹੱਦ ਤੱਕ ਉਹਨਾਂ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਕਮਿਟਮੈਂਟ ਦੇ ਰੂਪ ਦੇ ਵਿੱਚ ਬੱਝੇ ਹੁੰਦੇ ਸੀ, ਕਿਉਂਕਿ ਉਸ ਟਾਈਮ ਲੋਕਾਂ ਦਾ ਜਿਹੜੇ ਪੋਲੀਟੀਕਲ ਲੀਡਰ ਹੈ ਉਹਨਾਂ 'ਤੇ ਭਰੋਸਾ ਹੈ, ਜਾਂ ਆਪਾਂ ਕਹਿ ਲਈਏ ਕਿ ਪੋਲੀਟੀਸ਼ੀਅਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਕਾਫੀ ਹੱਦ ਤੱਕ ਸੋਲਿਡ ਹੁੰਦੀ ਸੀ ਜੀ। ਤਾਂ ਅਸੀਂ ਬਹੁਤ ਲੰਬੇ ਅਰਸੇ ਤੋਂ, ਮੈਂ ਖੁਦ ਵੀ ਪੱਤਰਕਾਰਤਾ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਦੇਖਦਾ ਰਿਹਾ ਕਿ ਪੰਜਾਬ ਚੋਣਾਂ ਦੇ ਵਿੱਚ ਖਾਸ ਕਰਕੇ ਪਿਛਲੇ 30-35 ਸਾਲ ਤੋਂ ਕੁਝ ਹੀ ਮੁੱਦੇ ਹੈ ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਮੂਲ ਮਸਲਿਆਂ ਦਾ ਨਾਂ ਦਿੰਦੇ ਹਾਂ, ਉਹੀ ਹਰ ਚੋਣ ਦੇ ਵਿੱਚ ਗੂੰਜਦੇ ਰਹੇ ਨੇ। ਜੀ। ਪੋਲੀਟੀਕਲ ਪਾਰਟੀਆਂ ਅਜਿਹੇ ਮੁੱਦਿਆਂ ਨੂੰ ਉਛਾਲ ਕੇ ਲੋਕਾਂ ਦੀਆਂ ਭਾਵਨਾਵਾਂ 'ਤੇ ਖੇਡ ਕੇ ਆਪਣੀ ਕੁਰਸੀ ਹੈ ਜਿਹੜੀ ਉਹ ਹਾਸਲ ਕਰਦੀਆਂ ਰਹੀਆਂ ਨੇ, ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਅਤੇ ਚਾਹੇ ਉਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਹੋਵੇ ਅਤੇ ਚਾਹੇ ਉਹ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ। ਜੀ। ਤਾਂ ਅਸੀਂ ਪੰਜਾਬ ਪੋਲੀਟਿਕਸ ਦੇ ਵਿੱਚ ਇਹ ਬਹੁਤ ਦੇਰ ਸੁਣਦੇ ਰਹੇ ਹਾਂ ਕਿ ਪੰਥ ਨੂੰ ਖਤਰਾ ਹੈ, ਔਰ ਵਿਰੋਧੀ ਪਾਰਟੀਆਂ ਇਸ ਗੱਲ ਨੂੰ 'ਤੇ ਉਂਗਲ ਵੀ ਉਠਾਉਂਦੀਆਂ ਰਹੀਆਂ ਨੇ ਕਿ ਜਦੋਂ ਚੋਣਾਂ ਆਉਂਦੀਆਂ ਨੇ ਇੱਕ ਸਿਆਸੀ ਧਿਰ ਹੈ ਜਿਹੜੀ ਉਹ ਪੰਥ ਦੇ ਖਤਰੇ 'ਤੇ ਜਿਹੜਾ ਅਲਾਪ ਕਰਦੀ ਹੈਗੀ ਹੈ ਤਾਂ ਜੋ ਵੋਟਾਂ ਲਈਆਂ ਜਾ ਸਕਣ। ਪਰ ਹੁਣ ਆਤਿਸ਼ ਜੀ, ਜਿਹੜਾ ਜ਼ਮਾਨਾ ਹੈ ਉਹ ਬਦਲ ਗਿਆ। ਜਿਉਂ-ਜਿਉਂ ਸਿੱਖਿਆ ਦਾ ਪਸਾਰ ਹੋਇਆ, ਲੋਕਾਂ ਦੀ ਜਿਹੜੀ ਸੋਝੀ ਹੈ ਉਹਦੇ ਵਿੱਚ ਵਾਧਾ ਹੋਇਆ। ਖਾਸ ਕਰਕੇ ਜਿਹੜਾ ਸਾਡਾ ਨਵਾਂ ਪੋਚ ਹੈ, ਜਦੋਂ ਦਾ ਇਹ ਪੜ੍ਹ ਲਿਖ ਗਿਆ, ਇਹਨਾਂ ਨੂੰ ਥੋੜ੍ਹੀ ਸਮਝ ਹੈ ਜਿਹੜੀ ਉਹ ਬਣੀ ਹੈ। ਤਾਂ ਪਿਛਲੇ ਅਰਸੇ ਦੌਰਾਨ ਜਿਵੇਂ ਕਿਸਾਨ ਕੋਲ ਚੱਲਿਆ ਤਾਂ ਉਹਨੇ ਵੀ ਲੋਕਾਂ ਦੀ ਜਿਹੜੀ ਸਮਝ ਦੇ ਵਿੱਚ ਸਮਝ ਹੈ ਜਿਹੜੀ ਉਹ ਪਕੇਰੀ ਕੀਤੀ ਹੈ। ਲੋਕਾਂ ਨੂੰ ਜਿਹੜੀ ਪੰਜਾਬ ਦੀ ਸਿਆਸਤ ਸਮਝਣ ਦੀ ਜਿਹੜੀ ਸਮਰੱਥਾ ਹੈ ਉਹਦੇ ਵਿੱਚ ਵੀ ਵਾਧਾ ਹੋਇਆ। ਹੁਣ ਸਾਡੀਆਂ ਪੋਲੀਟੀਕਲ ਧਿਰਾਂ ਦਾ, ਖਾਸ ਕਰਕੇ ਜਦੋਂ ਆਪਾਂ ਇਹਨਾਂ ਚੋਣਾਂ ਦੇ ਵਿੱਚ ਮੁੱਦਿਆਂ ਦੀ ਗੱਲ ਕਰਦੇ ਹਾਂ, ਤਾਂ ਲੋਕਾਂ ਦਾ, ਖਾਸ ਕਰਕੇ ਨੌਜਵਾਨਾਂ ਦਾ ਸਾਰਾ ਇਸ ਗੱਲ 'ਤੇ ਪ੍ਰੈਸ਼ਰ ਜਾਂ ਜ਼ੋਰ ਲੱਗਿਆ ਹੋਇਆ ਕਿ ਪੰਜਾਬ ਦੇ ਜਿਹੜੇ ਰੀਅਲ ਇਸ਼ੂ ਹੈ ਉਹ ਚੋਣਾਂ ਦੇ ਕੇਂਦਰੀ ਬਿੰਦੂ ਦੇ ਵਿੱਚ ਆਉਣ। ਪਰ ਜਿਹੜੀਆਂ ਸਾਡੀਆਂ ਧਿਰਾਂ ਨੇ ਪੋਲੀਟੀਕਲ, ਉਹਨਾਂ ਦਾ ਸਾਰਾ ਇਸ ਗੱਲ 'ਤੇ ਦਬਾਅ ਬਣਾਇਆ ਹੋਇਆ ਉਹਨਾਂ ਨੇ ਕਿ ਇਹ ਇਸ਼ੂਆਂ ਤੋਂ ਧਿਆਨ ਭਟਕਾਇਆ ਜਾਵੇ ਲੋਕਾਂ ਨੂੰ। ਜਿਹੜੇ ਹੋਰ ਨਿੱਜੀ ਇਲਜ਼ਾਮਬਾਜ਼ੀ ਹੈ ਇੱਕ ਦੂਸਰੇ 'ਤੇ, ਜਿਸ ਤਰ੍ਹਾਂ ਹੁਣ ਈਡੀ ਦੇ ਮਸਲੇ ਤੋਂ ਲੈ ਕੇ ਪੋਲੀਟੀਕਲ ਪਾਰਟੀਆਂ ਨੇ ਸਾਰਾ ਹੀ ਇਸ ਤਰ੍ਹਾਂ ਜ਼ੋਰ ਲਗਾ ਦਿੱਤਾ ਹੈਗਾ, ਵਿਰੋਧੀ ਧਿਰਾਂ ਨੇ, ਜਿਵੇਂ ਪੰਜਾਬ ਦਾ ਮੁੱਖ ਮਸਲਾ ਹੀ ਇਹ ਹੋਵੇ। ਇਹ ਇੱਕ ਮਸਲਾ ਹੋ ਸਕਦਾ ਹੈ, ਨੋ ਡਾਊਟ, ਕਿ ਪਹਿਲਾਂ ਵੀ ਜਦੋਂ ਪੋਲੀਟੀਕਲ ਪਾਰਟੀਆਂ ਦੇ ਗੱਠਜੋੜ ਦਾ ਰਾਜ ਰਿਹਾ, ਜਾਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਰਿਹਾ, ਜਾਂ ਚੰਨੀ ਦਾ ਰਾਜ ਰਿਹਾ, ਜਿਹੜੀ ਕਰਪਸ਼ਨ ਹੈ ਉਹ ਸਿਰ ਚੜ੍ਹ ਕੇ ਬੋਲਦੀ ਰਹੀ ਹੈ। ਮਾਫੀਏ ਦੀ ਗੱਲ ਪਿਛਲੀਆਂ ਚੋਣਾਂ 'ਚ ਵੀ ਉੱਭਰਦੀ ਰਹੀ ਹੈ। ਪਿਛਲੀਆਂ ਚੋਣਾਂ 'ਚ ਵੀ ਜੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਗਈ ਸੀ ਕਿ ਅਸੀਂ ਨਸ਼ਿਆਂ ਦਾ ਖਾਤਮਾ ਕਰ ਦਿਆਂਗੇ, ਮਾਫੀਆ ਰਾਜ ਖਤਮ ਕਰ ਦਿਆਂਗੇ। ਹੁਣ ਕੈਪਟਨ ਅਮਰਿੰਦਰ ਸਿੰਘ ਖੁਦ ਕਹਿੰਦੇ ਨੇ ਕਿ ਉਹ ਮਜਬੂਰੀ ਦੇ ਬੱਝੇ ਹੋਏ ਸੀ, ਕਿ ਉਹਨਾਂ ਨੂੰ ਸੋਨੀਆ ਗਾਂਧੀ ਨੇ ਇੱਕ ਪਾਰਟੀ ਪ੍ਰਤੀ ਵਫਾਦਾਰੀ ਸੀ, ਜਿਸ ਕਰਕੇ ਉਹ ਰੇਤ ਮਾਫੀਏ 'ਤੇ ਜਿਹੜੀ ਕਾਰਵਾਈ ਨਹੀਂ ਕਰ ਸਕੇ। ਤਾਂ ਹੁਣ ਲੋਕਾਂ ਨੇ ਜਿਹੜੇ ਆਪਣੇ ਰੀਅਲ ਇਸ਼ੂ ਹੈ, ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਨੇ, ਜਾਂ ਅੱਜ ਦੇ ਰੈਲੇਵੈਂਟ ਇਸ਼ੂ ਹੈ ਜਾਂ ਕਰੰਟ ਇਸ਼ੂ ਹੈ, ਉਹ ਹੁਣ ਉਭਾਰ ਦੇ ਵਿੱਚ ਆਏ ਨੇ। ਲੋਕ ਚਾਹੁੰਦੇ ਨੇ ਕਿ ਉਹਨਾਂ ਦੇ ਜਿਹੜੇ ਅਸਲੀ ਮਸਲੇ ਹੈ ਉਹ ਇਹਨਾਂ ਚੋਣਾਂ ਦੇ ਵਿੱਚ ਫੋਕਸ 'ਤੇ ਰਹਿਣ, ਔਰ ਪੋਲੀਟੀਕਲ ਧਿਰਾਂ ਤੋਂ ਇੱਕ ਕਮਿਟਮੈਂਟ ਹੈ ਜਿਹੜੀ ਉਹ ਲੈ ਸਕਣ। ਹੁਣ ਜਿਸ ਤਰ੍ਹਾਂ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਗੱਲ ਆਪਾਂ ਕਰਦੇ ਹੈਗੇ ਹਾਂ, ਤਾਂ ਹਰ ਸਟੇਜ ਤੋਂ ਇਹ ਕਰਜ਼ੇ ਦੀ ਗੱਲ ਹੁੰਦੀ ਹੈਗੀ ਹੈ। ਮਹਿੰਗਾਈ ਦਾ ਮਸਲਾ ਹੈਗਾ, ਉਹਦੀ ਹਰ ਘਰ 'ਚੋਂ ਗੱਲ ਹੋਣ ਲੱਗੀ ਹੈਗੀ ਹੈ। ਨੌਜਵਾਨਾਂ ਦੇ ਰੁਜ਼ਗਾਰ ਦਾ ਮਸਲਾ ਹੈ,
ਉਹਦੀ ਹਰ ਗੱਲ ਹਰ ਸਟੇਜ ਤੋਂ ਹੋਣ ਲੱਗੀ ਹੈ। ਇਹ ਠੀਕ ਹੈ ਕਿ ਇੱਕ ਸ਼ਰਮ ਦੇ ਵਿੱਚ ਸਾਡੀਆਂ ਜਿਹੜੀਆਂ ਰਾਜਸੀ ਧਿਰਾਂ ਨੇ ਉਹਨਾਂ ਨੇ ਆਪੋ ਆਪਣੇ ਜਿਹੜੇ ਮੈਨੀਫੈਸਟੋ ਬਣਾ ਰਹੀਆਂ ਨੇ, ਉਹ ਇਹੀ ਗੱਲ ਕਰ ਰਹੀਆਂ ਨੇ ਕਿ ਅਸੀਂ ਲੋਕਾਂ ਦੇ ਮਸਲਿਆਂ ਨੂੰ ਕੇਂਦਰ ਦੇ ਵਿੱਚ ਰੱਖਾਂਗੇ। ਜੀ। ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦਿੱਲੀ ਮਾਡਲ ਦੀ ਗੱਲ ਕਰਦੀ ਹੈ, ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਐਜੂਕੇਸ਼ਨ ਔਰ ਹੈਲਥ ਹੈ ਉਹ ਕਦੇ ਪ੍ਰਾਇਓਰਟੀ 'ਤੇ ਨਹੀਂ ਸੀ ਰਿਹਾ। ਹੁਣ ਜਦੋਂ ਦੀ ਆਪ ਹੈ ਜਿਹੜੀ ਚੋਣ ਮੈਦਾਨ ਦੇ ਵਿੱਚ ਆਈ ਹੈ, ਤਾਂ ਹੁਣ ਸਾਡੀਆਂ ਹਰ ਜਿਹੜੀ ਪੋਲੀਟੀਕਲ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਉਹ ਤਰਜੀਹ ਦੇਣਗੇ ਸਿੱਖਿਆ ਨੂੰ ਔਰ ਸਿਹਤ ਨੂੰ। ਤਾਂ ਸਾਡਾ ਪੰਜਾਬ ਦਾ ਨੌਜਵਾਨ ਹੈ ਜਿਹੜਾ ਅੱਜ ਪੜ੍ਹ ਲਿਖ ਕੇ ਪ੍ਰਵਾਸ ਕਰ ਰਿਹਾ ਹੈ, ਉਹ ਕਿਉਂ ਵਿਦੇਸ਼ ਜਾ ਰਿਹਾ? ਕਿਉਂਕਿ ਪੰਜਾਬ ਦੇ ਵਿੱਚ ਵੱਡੀਆਂ ਦੋ ਘਾਟਾਂ ਸਾਨੂੰ ਰੜਕ ਰਹੀਆਂ। ਇੱਕ ਤਾਂ ਰੁਜ਼ਗਾਰ ਨਹੀਂ ਮਿਲਦਾ ਇੱਥੇ, ਜਿਹੜੀ ਰੁਜ਼ਗਾਰ ਵਾਲੇ ਪਾਸੇ ਜਾਂ ਪੜ੍ਹਾਈ ਲਿਖਾਈ ਦੇ ਵਿੱਚ ਜਿਹੜੇ ਆਪਾਂ ਕਹਿ ਲਈਏ ਕਿ ਬੌਧਿਕ ਸਮਰੱਥਾ ਵਾਲੇ ਵਿਦਿਆਰਥੀ ਨੇ, ਉਹ ਕਾਰਪੋਰੇਟ ਘਰਾਣਿਆਂ ਦੇ ਵਿੱਚ, ਉਹ ਕੰਪਨੀਆਂ ਦੇ ਵਿੱਚ ਵੱਡੀਆਂ 'ਚ ਜੋਬ ਕਰਦੇ ਨੇ। ਉਹਨਾਂ ਨੂੰ ਬਹੁਤੀ ਇੱਧਰਲੀ ਇੱਛਾ ਨਹੀਂ ਹੁੰਦੀ ਕਿ ਉਹਨਾਂ ਨੂੰ ਸਰਕਾਰੀ ਜੋਬ ਮਿਲੇ। ਔਰ ਜਿਹੜੀ ਸੈਕੰਡ ਲਾਈਨ ਦਾ ਨੌਜਵਾਨ ਹੈ ਪੜ੍ਹਿਆ ਲਿਖਿਆ, ਉਹਨੂੰ ਹੁੰਦੀ ਹੈ ਕਿ ਸਾਨੂੰ ਰੁਜ਼ਗਾਰ ਮਿਲੇ, ਖਾਸ ਕਰਕੇ ਸਰਕਾਰੀ ਰੁਜ਼ਗਾਰ। ਪਹਿਲੇ ਸਮਿਆਂ ਦੇ ਵਿੱਚ ਇੱਦਾਂ ਹੁੰਦਾ ਸੀ ਕਿ ਸਰਕਾਰਾਂ ਹਰ ਸਾਲ ਰੁਜ਼ਗਾਰ ਪੋਸਟਾਂ ਕੱਢਦੀਆਂ ਸੀ, ਤਾਂ ਇੰਟਰਵਿਊਜ਼ ਹੁੰਦੀ ਰਹਿੰਦੀ ਸੀ, ਪੇਪਰ ਹੁੰਦੇ ਰਹਿੰਦੇ ਸੀ, ਅਤੇ ਲੋਕਾਂ ਦੀ ਇੱਕ ਆਸ ਹੈ ਜਿਹੜੀ ਨੌਜਵਾਨਾਂ ਦੀ ਵੱਝੀ ਰਹਿੰਦੀ ਸੀ ਕਿ ਉਹਨਾਂ ਨੂੰ ਰੁਜ਼ਗਾਰ ਹੈ ਜਿਹੜਾ ਪੜਾਅ ਵਾਈਜ਼ ਮਿਲਦਾ ਰਹਿੰਦਾ ਸੀਗਾ। ਹੁਣ ਕੀ ਹੁੰਦਾ ਕਿ ਜਦੋਂ ਹੁਣ ਚੋਣਾਂ ਦਾ ਐਲਾਨ ਹੁੰਦਾ ਤਾਂ ਉਹ ਚੋਣਾਂ ਦੇ ਨੇੜੇ ਜਾ ਕੇ ਸਾਡੀਆਂ ਜਿਹੜੀਆਂ ਸਰਕਾਰ ਹੁੰਦੀ ਹੈ ਜਿਹੜੀ ਪਾਰਟੀ ਦੀ ਵੀ, ਉਹ ਪੋਸਟਾਂ ਕੱਢਣੀਆਂ ਸ਼ੁਰੂ ਕਰ ਦਿੰਦੀਆਂ ਨੇ। ਤਾਂ ਜਦੋਂ ਤੱਕ ਉਹਨਾਂ ਦੀ ਇੰਟਰਵਿਊ ਹੋਣ ਦਾ ਸਮਾਂ ਆਉਂਦਾ, ਪੇਪਰ ਲੈਣ ਦਾ ਸਮਾਂ ਆਉਂਦਾ, ਉਦੋਂ ਤੱਕ ਕੋਡ ਆਫ ਕੰਡਕਟ ਲੱਗ ਜਾਂਦਾ ਹੈ। ਇਸ ਕਰਕੇ ਸਾਰੀ ਗੱਲ ਹੈ ਜਿਹੜੀ ਵੱਟੇ ਖਾਤੇ ਪੈ ਜਾਂਦੀ ਹੈ। ਤਾਂ ਹੁਣ ਰੁਜ਼ਗਾਰ ਦਾ ਮਸਲਾ ਜਿਹੜਾ ਵੱਡਾ ਉੱਭਰ ਕੇ ਸਾਹਮਣੇ ਆ ਰਿਹਾ, ਪੰਜਾਬ ਦੇ ਵਿੱਚ ਮਾਫੀਏ ਦਾ ਇਸ਼ੂ ਹੈ ਉਹ ਵੱਡਾ ਬਣ ਰਿਹਾ। ਲਾ ਐਂਡ ਆਰਡਰ ਦੀ ਗੱਲ ਹੈਗੀ ਹੈ, ਖਾਸ ਕਰਕੇ ਹਰ ਬੰਦਾ ਚਾਹੁੰਦਾ ਹੈ ਕਿ ਉਹ ਸੇਫ ਰਹੇ। ਸਟੇਟ ਦੇ ਵਿੱਚ ਜਿਵੇਂ ਗੈਂਗਸਟਰਾਂ ਦਾ ਪਿੱਛੇ ਬੋਲਬਾਲਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਉਹ ਕਾਇਮ ਰਹਿਣੀ ਚਾਹੀਦੀ ਹੈ, ਕਿਉਂਕਿ ਸਾਡਾ ਉਂਝ ਵੀ ਬਾਰਡਰ ਸਟੇਟ ਹੈਗਾ। ਅਤੇ ਰੀਅਲ ਇਸ਼ੂਆਂ ਦੀ ਗੱਲ ਕਰਨ ਵਾਲੇ ਕੁਝ ਨੇਤਾ ਹੈ ਵੀ ਨੇ, ਜਿਸ ਤਰ੍ਹਾਂ ਹੁਣ ਨਵਜੋਤ ਸਿੰਘ ਸਿੱਧੂ ਨੇ, ਉਹ ਹਰ ਸਟੇਜ ਤੋਂ ਆਪਣੇ ਪੰਜਾਬ ਮਾਡਲ ਦੀ ਗੱਲ ਕਰਦੇ ਨੇ। ਉਹ ਪ੍ਰੈਕਟੀਕਲੀ ਕਿਵੇਂ ਉਸ ਨੂੰ ਸ਼ੇਪ ਦਿੰਦੇ ਨੇ ਇਹ ਵੱਖਰੀ ਗੱਲ ਹੈ, ਪਰ ਉਹ ਹਰ ਗੱਲ ਤੋਂ ਇਹ ਕਹਿੰਦੇ ਨੇ ਕਿ ਮੈਂ ਮੁੱਦਿਆਂ ਦੀ ਗੱਲ ਕਰਦਾ। ਭਗਵੰਤ ਮਾਨ ਹੈ, ਉਹ ਵੀ ਹੁਣ ਕਹਿ ਰਹੇ ਨੇ, ਜਦੋਂ ਦਾ ਉਹਨਾਂ ਨੂੰ CM ਚਿਹਰਾ ਐਲਾਨ ਕੀਤਾ ਹੈ, ਕਿ ਉਹ ਨਵਾਂ ਪੰਜਾਬ ਬਣਾਉਣਗੇ। ਅਤੇ ਪੰਜਾਬ ਦੇ ਲੋਕ ਹੈ ਜਿਹੜੇ, ਖਾਸ ਕਰਕੇ ਸਾਡਾ ਨੌਜਵਾਨ ਵਰਗ ਹੈ, ਉਹ ਸਾਡੇ ਜਿਹੜੇ ਸਿਆਸਤਦਾਨ ਹੈ ਉਹਨਾਂ ਦੀ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਹੁਣ ਉਹਨਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਉਹਨਾਂ ਦੇ ਵਿੱਚ ਇੱਕ ਸੋਝੀ ਹੈ ਜਿਹੜੀ ਉਹ ਡਿਵੈਲਪ ਹੋ ਚੁੱਕੀ ਹੈ। ਹੁਣ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਘਰ ਘਰ ਰੁਜ਼ਗਾਰ ਦੀ ਗੱਲ ਕਰਦੇ ਸੀ, ਦੋਹੇ ਪਾਰਟੀਆਂ ਕਹਿੰਦੀਆਂ ਸੀ। ਜਿਸ ਟਾਈਮ ਗੱਠਜੋੜ ਦੀ ਸਰਕਾਰ ਸੀ, ਉਹ ਕਹਿ ਰਹੇ ਸੀ ਕਿ ਅਸੀਂ 25 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ। ਉਸ ਤੋਂ ਬਾਅਦ ਦੂਸਰੀ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਇਹਨਾਂ ਨੇ ਕਿਹਾ ਕਿ ਘਰ ਘਰ ਅਸੀਂ ਰੁਜ਼ਗਾਰ ਦੇਵਾਂਗੇ। ਇਹਨਾਂ ਨੇ 30 ਲੱਖ ਲੋਕਾਂ ਦੀ ਰੁਜ਼ਗਾਰ ਦੀ ਗੱਲ ਕੀਤੀ ਹੈ। ਹੁਣ ਜਦੋਂ ਦੋਵੇਂ ਪਾਰਟੀਆਂ ਸਾਡੀਆਂ ਹਰ ਪਲੇਟਫਾਰਮ ਤੋਂ ਗੱਲ ਕਰਦੀਆਂ ਨੇ ਕਿ ਅਸੀਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ, ਤਾਂ ਉਹਨਾਂ ਦਾ ਕੋਈ ਅਸਰ ਨਹੀਂ ਕਬੂਲਦਾ। ਉਹ ਕਿਸ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ। ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਬੇਵਕੂਫ ਬਣਾ ਰਹੇ ਨੇ। ਹੁਣ ਲੋਕਾਂ ਨੂੰ ਬੇਵਕੂਫ ਬਣਾਉਣਾ ਬਹੁਤ ਮੁਸ਼ਕਲ ਹੈ ਪਾਰਟੀਆਂ ਨੂੰ, ਬਲਕਿ ਹੁਣ ਤਾਂ ਲੋਕ ਹੈ ਜਿਹੜੇ ਸਾਡੇ ਲੀਡਰਾਂ ਨੂੰ ਬੇਵਕੂਫ ਬਣਾ ਜਾਂਦੇ ਨੇ। ਉਹ ਹਰ ਪਾਰਟੀ, ਤੁਸੀਂ ਕਿਸੇ ਪਾਰਟੀ ਦੇ ਜਲਸੇ ਚਲੇ ਜਾਓ, ਕਿਸੇ ਪਿੰਡ ਚਲੇ ਜਾਓ, ਕਿਸੇ ਮਹੱਲੇ ਚਲੇ ਜਾਓ, ਉਹਨਾਂ ਹੀ ਤੁਹਾਨੂੰ ਇਕੱਠ ਮਿਲੇਗਾ। ਕੋਈ ਵੀ ਬੰਦਾ ਹੁਣ ਆਪਣੇ ਦਿਲ ਦਾ ਜਿਹੜਾ ਭੇਤ ਨਹੀਂ ਦਿੰਦਾ, ਕਿਉਂਕਿ ਇਹ ਸਭ ਕੁਛ ਅੰਦੋਲਨਾਂ 'ਚੋਂ ਜਾਂ ਪੋਲੀਟਿਕਸ 'ਚੋਂ ਹੀ ਲੋਕ ਸਿੱਖੇ ਹੋਏ ਨੇ। ਇਸ਼ੂਆਂ ਦੀ ਆਪਾਂ ਅੱਗੇ ਜਾ ਕੇ ਗੱਲ ਕਰੀਏ ਤਾਂ ਕਰਜ਼ੇ ਦੀ, ਕਿਸਾਨਾਂ ਦੇ ਸਿਰ ਚੜ੍ਹੇ ਕਰਜ਼ੇ ਦੀ, ਕਿਸਾਨਾਂ ਦੇ ਵਿੱਚ, ਮਜ਼ਦੂਰਾਂ ਦੇ ਵਿੱਚ ਸੁਸਾਈਡ ਦੀ ਕਿੰਨੇ ਕੇਸ ਹੈ ਜਿਹੜੇ ਪਹਿਲਾਂ ਗੱਠਜੋੜ ਸਰਕਾਰ ਵੇਲੇ ਵੀ ਹੁੰਦੇ ਰਹੇ, ਔਰ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਜਿਹੜਾ ਖੁਦਕੁਸ਼ੀਆਂ ਦਾ ਮਸਲਾ ਹੈ ਉਹ ਰੁਕਿਆ ਨਹੀਂ। ਤਾਂ ਸਨਅਤੀ ਵਿਕਾਸ ਨੂੰ ਲੈ ਲਓ ਕਿ ਪੰਜਾਬ ਦੇ ਵਿੱਚ ਕਿੰਨਾ ਕਿ ਪਿਛਲੇ ਟਾਈਮ ਦੇ ਵਿੱਚ ਵਿਕਾਸ ਹੋਇਆ ਹੈਗਾ। ਤਾਂ ਇਹ ਬਹੁਤ ਸਾਰੇ ਮਸਲੇ ਨੇ ਜਿਹੜੇ ਐਤਕੀ ਲਾਈਮਲਾਈਟ ਦੇ ਵਿੱਚ ਰਹਿਣਗੇ। ਸਾਡੇ ਲੀਡਰ ਚਾਹੇ ਕਿੰਨਾ ਮਰਜ਼ੀ ਜ਼ੋਰ ਲਾਉਣ ਕਿ ਅਸੀਂ ਇਹਨਾਂ ਨੂੰ ਸਾਈਡ ਲਾਈਨ 'ਤੇ ਕਰਾਂਗੇ, ਪਰ ਲੋਕ ਮੈਨੂੰ ਨਹੀਂ ਲੱਗਦਾ ਕਿ ਸਾਈਡ ਲਾਈਨ 'ਤੇ ਹੋਣ ਦੇਣਗੇ ਜਾਂ ਇਹਨਾਂ ਮੁੱਦਿਆਂ ਨੂੰ ਹਾਸ਼ੀਏ 'ਤੇ ਧੱਕਣ ਦੇਣਗੇ, ਕਿਉਂਕਿ ਲੋਕਾਂ ਦੀ ਅੱਗੇ ਨਾਲੋਂ ਅਕਲ 'ਚ ਜਿਹੜਾ ਉਹ ਵਾਧਾ ਹੋਇਆ, ਪੋਲੀਟੀਕਲ ਅਕਲ 'ਚ ਵਾਧਾ ਹੋਇਆ। ਹੁਣ ਜਿਵੇਂ ਬੇਅਦਬੀ ਦਾ ਇਸ਼ੂ ਦੀ ਗੱਲ ਆਪਾਂ ਕਰ ਲੈਂਦੇ ਹੈਗੇ ਹਾਂ। ਹੁਣ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਨੇ ਪਿਛਲੀ ਵਾਰ ਵੀ ਬੇਅਦਬੀ ਦਾ ਇਸ਼ੂ ਜਿਹੜਾ ਚੋਣਾਂ ਦੇ ਵਿੱਚ ਭਖਿਆ ਸੀਗਾ। ਨੋ ਡਾਊਟ ਸਾਡੀ ਇਹ ਗੁਰੂ ਦੀ ਬੇਅਦਬੀ ਹੈ, ਇਸ ਦੇ ਵਿੱਚ ਸਾਨੂੰ ਇਨਸਾਫ, ਸਾਨੂੰ ਨਿਆਂ ਜਿਹੜਾ ਉਹ ਮਿਲਣਾ ਚਾਹੀਦਾ ਸੀ। ਪਿਛਲੀ ਸਰਕਾਰ ਦੇ ਸਮੇਂ ਇਹ ਘਟਨਾਵਾਂ ਹੋਈਆਂ, ਉਦੋਂ ਵੀ ਸਾਨੂੰ ਨਿਆਂ ਨਹੀਂ ਮਿਲਿਆ। ਹੁਣ ਪਿਛਲੇ ਕੈਪਟਨ ਅਮਰਿੰਦਰ ਸਰਕਾਰ, ਫਿਰ ਚੰਨੀ ਸਰਕਾਰ ਵੇਲੇ ਵੀ ਇਸ ਮਸਲੇ 'ਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਅਤੇ ਹੁਣ ਲੋਕਾਂ ਨੂੰ ਲੱਗਦਾ ਕਿ ਇਹੋ ਜਿਹੇ ਇਸ਼ੂਜ਼ ਉਭਾਰ ਕੇ ਸਾਡੀਆਂ ਜਿਹੜੀਆਂ ਸਿਆਸਤਦਾਨ ਹੈ
ਉਹ ਆਪਣੀਆਂ ਰੋਟੀਆਂ ਸੇਕਦੇ ਨੇ ਜਾਂ ਇਹੋ ਜਿਹੇ ਇਸ਼ੂ ਨੂੰ ਅੱਗੇ ਰੱਖ ਕੇ ਉਹ ਆਪਣੀ ਜਿਹੜੀ ਇੱਕ ਪੌੜੀ ਚੜ੍ਹਦੇ ਨੇ ਸਿਆਸਤ ਦੀ ਅੱਗੇ ਕੁਰਸੀ ਹਾਸਲ ਕਰਨ ਲਈ। ਇਸ ਕਰਕੇ ਲੋਕਾਂ ਦੇ ਜਿਹੜੇ ਇਸ ਵਾਰ ਹੈ ਜਿਹੜੇ ਉਹ ਕਰੰਟ ਇਸ਼ੂ ਹੈ ਉਹ ਅੱਗੇ ਰਹਿਣਗੇ ਅਤੇ ਲੋਕਾਂ ਨੂੰ ਬੇਵਕੂਫ ਬਣਾਉਣਾ ਮੈਨੂੰ ਨਹੀਂ ਲੱਗਦਾ ਕਿ ਸੌਖਾ ਹੋਏਗਾ। ਚਰਨਜੀਤ ਜੀ, ਤੁਸੀਂ ਗੱਲ ਕਰੀਏ ਜਨਤਕ ਮੁੱਦਿਆਂ ਦੀ ਵੀ ਕਿ ਪੰਜਾਬ ਦੇ ਵਿੱਚ ਇਹ ਵੱਡੇ ਮਸਲੇ ਨੇ, ਪਰ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਅਤੇ ਉੱਥੇ ਨੌਜਵਾਨਾਂ ਦੀ ਭੂਮਿਕਾ ਨੂੰ ਵੀ ਕਿਤੇ ਨਾ ਕਿਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਿਸਾਨ ਅੰਦੋਲਨ ਤੋਂ ਪੰਜਾਬ ਦਾ ਨੌਜਵਾਨ ਬਹੁਤ ਕੁਝ ਸਿੱਖ ਕੇ ਆਇਆ ਹੈ। ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਉਹੀ ਕੁਝ ਬਦਲਾਅ ਚਾਹੁੰਦਾ ਵੀ ਕਿ ਇਹ ਜਨਤਕ ਮੁੱਦੇ ਨੇ, ਇਹਨਾਂ ਨੂੰ ਸਭ ਦੇ ਸਾਹਮਣੇ ਲਿਆਂਦਾ ਜਾਵੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੁਸੀਂ ਨੌਜਵਾਨਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਅਸੀਂ ਪੰਜਾਬ ਚੋਣਾਂ ਦੇ ਟ੍ਰੈਂਡਸ ਦੇ ਵਿੱਚ ਜਾਂ ਲੋਕਾਂ ਨੂੰ ਕਲੋਜ਼ਲੀ ਵਾਚ ਕਰਦੇ ਹਾਂ ਤਾਂ ਸਾਨੂੰ ਇਹ ਇੱਕ ਗੱਲ ਤਾਂ ਸਮਝ ਪੈਂਦੀ ਹੈ ਕਿ ਸਾਡੇ ਸੂਬੇ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਇੱਕ ਬੜੀ ਡਰਾਸਟਿਕ ਚੇਂਜ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਜਿਹੜੇ ਮੁਕਾਬਲੇ ਨੇ ਚੋਣਾਂ ਦੇ ਟਾਈਮ ਉਹ ਦੋ ਧਿਰੀ ਮੁਕਾਬਲੇ ਬਣਦੇ ਰਹੇ ਨੇ ਆਮੋ ਸਾਹਮਣੇ, ਅਤੇ 1967 ਤੋਂ ਲੈ ਕੇ ਹੁਣ ਤੱਕ ਹੈ ਜਿਹੜੀਆਂ ਉਹ ਦੋ ਪਾਰਟੀਆਂ ਦਾ ਮੋਸਟਲੀ ਪੰਜਾਬ ਦੇ ਵਿੱਚ ਰਾਜ ਰਿਹਾ ਔਰ ਲੰਬਾ ਸਮਾਂ ਇਹ ਹਿੱਸੇ ਆਇਆ ਸ਼੍ਰੋਮਣੀ ਅਕਾਲੀ ਦਲ ਦੇ, ਕਿਉਂਕਿ ਉਹਨਾਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜੇ ਉਹ 5 ਵਾਰੀ ਚੀਫ ਮਿਨਿਸਟਰ ਬਣੇ ਨੇ ਜੀ, ਔਰ ਕੈਪਟਨ ਅਮਰਿੰਦਰ ਸਿੰਘ 2 ਦਫਾ ਪੰਜਾਬ ਦੇ ਚੀਫ ਮਿਨਿਸਟਰ ਰਹਿ ਚੁੱਕੇ ਨੇ। ਇਸ ਕਰਕੇ ਲੰਬਾ ਟਾਈਮ ਇਹ ਦੋ ਘਰਾਣਿਆਂ ਕੋਲੇ ਪੰਜਾਬ ਦੀ ਸਿਆਸਤ ਰਹੀ ਹੈ ਤਾਂ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਜਿਹੜੀ ਪੋਲੀਟੀਕਲ ਲੈਗੇਸੀ ਹੈ ਉਹ ਚੈਲੰਜ ਹੋ ਰਹੀ ਹੈ। ਬਿਲਕੁਲ, ਕਿਉਂਕਿ ਹੁਣ ਆਮ ਘਰਾਂ ਦੇ ਵਿੱਚੋਂ ਜਿਹੜੇ ਲੀਡਰ ਹੈ, ਕਿਉਂਕਿ ਨਹੀਂ ਤਾਂ ਪੰਜਾਬ ਦੇ ਮੈਂ ਦਰਜਨਾਂ ਕੰਸਟੀਚੁਐਂਸੀਜ਼ ਤੁਹਾਨੂੰ ਗਿਣਾ ਦਿੰਦਾ ਕਿ ਜਿੱਥੇ ਇੱਕੋ ਪਰਿਵਾਰ ਕਾਬਜ਼ ਹੈ, ਉਹਨਾਂ ਪਰਿਵਾਰਾਂ ਦਾ ਹੀ ਜਿਹੜਾ ਕਬਜ਼ਾ ਚੱਲ ਰਿਹਾ ਹੈ। ਪਹਿਲਾਂ ਉਹਨਾਂ ਦੇ ਬਾਪ ਸੀ, ਫਿਰ ਉਹ ਖੁਦ ਆ ਗਏ, ਫਿਰ ਉਹਨਾਂ ਦੇ ਹੁਣ ਅੱਗੇ ਪੋਤਰੇ ਹੈ, ਉਹ ਚੋਣਾਂ ਲੜ ਰਹੇ ਨੇ। ਇੱਕੋ ਪਰਿਵਾਰ, ਆਮ ਪੰਜਾਬ ਦੇ ਵਿੱਚ ਆਮ ਲੀਡਰਸ਼ਿਪ ਦਾ ਨਾਂ ਉੱਭਰਨਾ ਉਹ ਵੀ ਪਰਿਵਾਰਵਾਦ ਇੱਕ ਵੱਡਾ ਕਾਰਨ ਬਣਿਆ ਹੈਗਾ। ਤਾਂ ਜਦੋਂ ਦੀ ਹੁਣ ਆਮ ਆਦਮੀ ਪਾਰਟੀ ਚੋਣ ਮੈਦਾਨ ਦੇ ਵਿੱਚ ਆਈ ਹੈ ਤਾਂ ਉਹਦੇ ਨਾਲ ਕਿ ਇੱਕ ਆਮ ਲੋਕਾਂ ਦੇ ਵਿੱਚ ਇੱਕ ਆਸ ਜਾਗੀ ਹੈ ਕਿ ਲੀਡਰਸ਼ਿਪ ਦੇ ਵਿੱਚ ਉਹਨਾਂ ਦੇ ਹੱਥ ਵਿੱਚ ਵੀ ਆ ਸਕਦੀ ਹੈ, ਜਾਂ ਆਮ ਲੋਕ ਵੀ ਇਹ ਸੋਚਣ ਲੱਗੇ ਕਿ ਲੀਡਰ ਉਹ ਵੀ ਬਣ ਸਕਦੇ ਨੇ। ਹੁਣ ਆਮ ਆਦਮੀ ਪਾਰਟੀ ਸੱਤਾ ਮਿਲਦੀ ਹੈ ਨਹੀਂ ਮਿਲਦੀ ਹੈ ਤਾਂ ਲੋਕਾਂ ਦੇ ਹੱਥ ਅੱਗੇ ਵੋਟਾਂ 'ਚ ਦੇਖਣਾ ਹੈਗਾ, ਇਹ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾ ਕੁ ਖਰੇ ਉਤਰਦੇ ਨੇ, ਲੋਕਾਂ ਦੀ ਆਸਾਂ ਨੂੰ ਕਿੰਨਾ ਕੁ ਪੂਰਾ ਕਰਦੇ ਨੇ, ਇਹ ਤਾਂ ਚਲੋ ਵਕਤ ਦੇ ਹੱਥ ਹੈ। ਪਰ ਇਸ ਪੋਲੀਟਿਕਸ ਨੇ ਹੁਣ ਪੰਜਾਬ ਦੇ ਵਿੱਚ ਨਵੇਂ ਅਲਟਰਨੇਟਿਵ ਹੈ ਜਿਹੜੇ ਖੜੇ ਕੀਤੇ ਨੇ। ਪਹਿਲਾਂ ਲੋਕਾਂ ਕੋਲੇ ਕੋਈ ਚੁਆਇਸ ਨਹੀਂ ਸੀ ਹੁੰਦੀ, ਹੁਣ ਲੋਕਾਂ ਕੋਲੇ ਚੁਆਇਸ ਹੈ। ਬਹੁਤ ਸਾਰੇ ਹਲਕਿਆਂ ਦੇ ਵਿੱਚ ਜਿਹੜੀ ਹੁਣ ਮੁਕਾਬਲੇ ਹੈ ਜਿਹੜੇ ਉਹ 5 ਧਿਰੀ ਹੋਣੇ ਨੇ, ਕਿਤੇ 4 ਧਿਰੀ ਹੋਣੇ ਨੇ। ਲੋਕਾਂ ਕੋਲੇ ਵਾਈਡਰ ਸਪੇਸ ਹੈ ਜਿਹੜੀ ਉਹ ਬਣੀ ਹੈ ਲੋਕਾਂ ਲਈ ਹੁਣ। ਅਤੇ ਇਸ ਚੋਣਾਂ ਦੇ ਵਿੱਚ ਇਹ ਵੀ ਨਜ਼ਰ ਆਇਆ ਕਿ ਬਹੁਤੇ ਜਿਹੜੇ ਸੈਲਫ ਮੇਡ ਨੇਤਾ ਹੈ ਉਹ ਅੱਗੇ ਆ ਰਹੇ ਨੇ। ਜਿਵੇਂ ਭਗਵੰਤ ਮਾਨ ਦੀ ਆਪਾਂ ਗੱਲ ਕਰੀਏ, ਇਹ ਦਰਮਿਆਨੀ ਕਿਸਾਨੀ ਦਰਮਿਆਨੇ ਪਰਿਵਾਰ 'ਚੋਂ ਆਉਂਦਾ ਹੈਗਾ, ਸੈਲਫ ਮੇਡ ਹੈ, ਔਰ ਪੋਲੀਟੀਕਲ ਪਾਰਟੀਆਂ ਨੇ ਇਹਨੂੰ ਆਪਟ ਕੀਤਾ ਖੁਦ ਬੁਲਾ ਕੇ। ਇਹਦਾ ਮਤਲਬ ਉਹਦੇ 'ਚ ਕੋਈ ਸਮਰੱਥਾ ਸੀ। ਇਸ ਤਰ੍ਹਾਂ ਨਵਜੋਤ ਸਿੱਧੂ ਹੈ, ਉਹ ਵੀ ਸੈਲਫ ਮੇਡ ਹੈ, ਕਿਉਂਕਿ ਲੋਕ ਉਹਨੂੰ ਕ੍ਰਿਕਟਰ ਦੇ ਤੌਰ 'ਤੇ ਜ਼ਿਆਦਾ ਜਾਣਦੇ ਸੀ, ਨੋਨ ਸੀ। ਉਹ ਵੀ ਆਪਣੇ ਆਪ ਬਣਿਆ ਨੇਤਾ ਹੈਗਾ, ਉਹ ਵੀ ਹੁਣ ਪੰਜਾਬ ਮਾਡਲ ਦੀ ਗੱਲ ਕਰ ਰਿਹਾ ਹੈਗਾ, ਪੰਜਾਬ ਨੂੰ ਸੁਧਾਰਨ ਦੀ ਗੱਲ ਕਰ ਰਿਹਾ ਹੈ। ਇਸ ਤਰ੍ਹਾਂ ਚਰਨਜੀਤ ਚੰਨੀ ਹੈ, ਜੇ ਆਪਾਂ ਇਹਦੀ ਫੈਮਿਲੀ ਬੈਕਗਰਾਊਂਡ ਵੱਲ ਦੇਖੀਏ, ਇਹ ਵੀ ਇੱਕ ਆਮ ਸਧਾਰਨ ਪਰਿਵਾਰ 'ਚੋਂ ਉੱਠਿਆ ਹੋਇਆ ਹੈ। ਤਾਂ ਪੋਲੀਟੀਕਲ ਜਿਹੜੀਆਂ ਪਾਰਟੀਆਂ ਰਵਾਇਤੀ ਆਗੂ ਨੇ ਜਿਹੜੇ ਕੁਝ ਕੁ ਘਰਾਣੇ ਨੇ, ਜਿਹੜੀ ਫਿਊਡਲ ਪੋਲੀਟਿਕਸ ਹੈ ਉਹ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਇੱਕ ਚੁਣੌਤੀ ਦੇ ਤੌਰ 'ਤੇ ਲੈ ਰਹੀ ਹੈ, ਜਿਸ ਕਰਕੇ ਹੀ ਉਹ ਸਾਰਾ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚੋਂ, ਤਾਂ ਕਿ ਇਹ ਲੋਕ ਕਿਤੇ ਨਾ ਕਿਤੇ ਉਹਨਾਂ ਲਈ ਕੋਈ ਚੈਲੰਜ ਨਾ ਬਣਨ। ਤਾਂ ਜਿੱਥੋਂ ਤੱਕ ਨੌਜਵਾਨਾਂ ਦੀ ਭੂਮਿਕਾ ਦੀ ਗੱਲ ਹੈ, ਐਤਕੀ ਕੇਂਦਰ ਬਿੰਦੂ 'ਚ ਨੌਜਵਾਨ ਹੀ ਰਹੇਗਾ। ਪਿਛਲੀਆਂ ਚੋਣਾਂ 'ਚ ਖਾਸ ਕਰਕੇ ਜਦੋਂ 2014 ਤੋਂ ਆਪਾਂ ਦੇਖਦੇ ਹਾਂ ਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੈਰ ਪਾਉਂਦੀ ਹੈਗੀ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ, ਉਦੋਂ ਨੌਜਵਾਨਾਂ ਦੀ ਭੂਮਿਕਾ ਜਿਹੜੀ ਵਧਣੀ ਸ਼ੁਰੂ ਹੋਈ ਹੈ। ਹੁਣ ਪਿੰਡਾਂ ਦੇ ਵਿੱਚ ਵੀ ਦੇਖ ਲਿਓ, ਉਹ ਜ਼ਮਾਨੇ ਤਾਂ ਗਏ ਕਿ ਪਿੰਡਾਂ 'ਚ ਕੋਈ ਟਾਮਾ ਟੱਲਾ ਪੜ੍ਹਦਾ ਸੀਗਾ, ਅਤੇ ਹੁਣ ਤਾਂ ਸਿੱਖਿਆ ਦਾ ਪਸਾਰ ਇੰਨਾ ਹੋ ਗਿਆ ਕਿ ਘਰ ਘਰ ਹੈ ਜਿਹੜੀ ਹੁਣ ਐਜੂਕੇਸ਼ਨ ਹੈ ਜਿਹੜੀ ਪਹੁੰਚ ਗਈ ਹੈ, ਔਰ ਮੁੰਡਿਆਂ ਨੂੰ ਅੱਗੇ ਸਮਝ ਵੀ ਬਣ ਗਈ ਹੈਗੀ ਹੈ। ਚਾਹੇ ਉਹ ਪੋਲੀਟੀਕਲ ਕਿਸੇ ਆਈਡੀਓਲੋਜੀ ਦੇ ਨਾਲ ਨਹੀਂ ਜੁੜੇ ਹੋਏ, ਪਰ ਉਹਨਾਂ ਦਾ ਦਾਬਾ ਹੈ ਜਿਹੜਾ ਯੂਥ ਦਾ, ਉਹ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਵਧਿਆ ਹੋਇਆ। ਇੱਕ ਟਾਈਮ ਉਹ ਵੀ ਹੁੰਦਾ ਸੀ ਆਤਸ਼ ਜੀ ਕਿ ਜਦੋਂ ਪਰਿਵਾਰ, ਜਿਵੇਂ ਬਾਪ ਨੇ ਕਹਿ ਦਿੱਤਾ, ਦਾਦਾ ਜੀ ਨੇ ਕਹਿ ਦਿੱਤਾ, ਕਿ ਲੋਕ ਉਸੇ ਪਾਸੇ ਵੋਟ ਪਾ ਦਿੰਦਾ ਸੀ ਪੂਰੇ ਦਾ ਪੂਰਾ ਪਰਿਵਾਰ। ਪਰ ਹੁਣ ਘਰਾਂ ਦੇ ਵਿੱਚ ਵੀ ਨੌਜਵਾਨਾਂ ਦੀ ਚੱਲਦੀ ਹੈ। ਮਿਸਾਲ ਦੇ ਤੌਰ 'ਤੇ ਹੁਣ ਜਿਹੜਾ ਬੇਰੁਜ਼ਗਾਰ ਨੌਜਵਾਨ ਪਿਛਲੇ 5 ਸਾਲ ਤੋਂ ਸਟਰਗਲ ਕਰ ਰਿਹਾ ਹੈ, ਜਦੋਂ ਹੁਣ ਆਪਣੇ ਘਰਦਿਆਂ ਨੂੰ ਕਹੇਗਾ ਕਿ ਵੋਟ ਇਸ ਪਾਰਟੀ ਨੂੰ ਪਾਉਣੀ ਹੈ, ਤਾਂ ਪਰਿਵਾਰ ਕਿਉਂ ਨਹੀਂ ਮੰਨੇਗਾ? ਕਿਉਂਕਿ ਉਹਨਾਂ ਨੇ ਵੀ ਸਾਰਾ ਕੁਛ ਆਪਣੇ ਅੱਖੀਂ ਦੇਖਿਆ ਹੁੰਦਾ ਹੈਗਾ। ਇਸ ਕਰਕੇ ਨੌਜਵਾਨਾਂ ਦੀ ਭੂਮਿਕਾ ਇਸ ਵਾਰ ਫੇਰ ਫੋਕਸ ਦੇ ਵਿੱਚ ਰਹਿਣੀ ਹੈਗੀ ਹੈ। ਜ਼ਰੂਰ ਹੈ ਕਿ ਨੌਜਵਾਨ ਤਾਂ ਵੈਸੇ ਹੀ ਕਹਿਣ ਕਿ ਦੇਸ਼ ਦੀ
ਤਾਕਤ ਹੁੰਦੇ ਆ, ਸਾਡੇ ਸਮਾਜ ਦੀ ਤਾਕਤ ਹੁੰਦੇ ਆ। ਅਗਰ ਨੌਜਵਾਨ ਅੱਗੇ ਚੱਲ ਪਏ ਤਾਂ ਜਿਵੇਂ ਆਪਾਂ ਅੰਦੋਲਨ ਦੇ ਵਿੱਚ, ਕਿਸਾਨ ਅੰਦੋਲਨ ਦੇ ਵਿੱਚ ਵੀ ਦੇਖਿਆ ਕਿ ਜਦੋਂ ਨੌਜਵਾਨ ਜੁੜੇ ਤਾਂ ਉਹਨਾਂ ਨੇ 3 ਖੇਤੀ ਕਾਨੂੰਨ ਵਾਪਸ ਕਰਾਏ ਨੇ। ਇਹ ਆਪਣੇ ਕੋਲ ਤਾਜ਼ਾ ਮਿਸਾਲ ਹੈ। ਤਾਂ ਲੱਗਦਾ ਹੈ ਕਿ ਪੰਜਾਬ ਦੀ ਪੋਲੀਟਿਕਸ ਨੂੰ ਵੀ ਉਹ ਮੋੜਾ ਦੇਣਗੇ। ਜੀ ਚਰਨਜੀਤ ਜੀ, ਪੰਜਾਬ ਦੀ ਸਿਆਸਤ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਮਾਲਵਾ ਖੇਤਰ ਨੂੰ ਕਦੀ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਾਲਵਾ ਖੇਤਰ ਇੱਕ ਅਜਿਹਾ ਖੇਤਰ ਹੈ ਜੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਆਧਾਰ ਰੱਖਦਾ ਹੈ, ਕਿਉਂਕਿ ਇਸ ਖੇਤਰ ਤੋਂ ਕਈ ਮੁੱਖ ਮੰਤਰੀ ਨਿਕਲ ਕੇ ਆਏ ਨੇ, ਹੋਰ ਵੀ ਇਸ ਦਾ ਜਿਹੜਾ ਅਹਿਮ ਯੋਗਦਾਨ ਰਿਹਾ। ਪਰ ਜੇਕਰ ਦੇਖੀਏ ਤਾਂ ਮਾਲਵਾ ਖੇਤਰ ਦੇ ਵਿੱਚ ਸਮੱਸਿਆਵਾਂ ਵੀ ਜਿਹੜੀਆਂ ਨੇ ਉਹ ਬਹੁਤ ਵੱਧ ਨੇ। ਜਦੋਂ ਮੁੱਖ ਮੰਤਰੀ ਵੀ ਉਰੇ ਦੇ ਰਹੇ ਨੇ, ਇੱਕ ਵੱਡੇ ਚਿਹਰੇ ਵੀ ਇਸ ਖੇਤਰ ਤੋਂ ਆਉਂਦੇ ਰਹੇ ਨੇ, ਉਸ ਦੇ ਬਾਵਜੂਦ ਵੀ ਇਹ ਕਮੀ ਕਿੱਥੇ ਰਹਿ ਰਹੀ ਹੈ ਵੀ ਕਿ ਜਿਹੜਾ ਮਾਲਵਾ ਖੇਤਰ 'ਚ ਹਲੇ ਵੀ ਐਡੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ। ਆਤਸ਼ ਜੀ, ਇਹੋ ਹੀ ਤਾਂ ਬਹੁਤ ਹੈਰਾਨੀ ਵਾਲੀ ਗੱਲ ਹੈਗੀ ਹੈ ਕਿ ਮਾਲਵਾ ਖਿੱਤਾ ਜਿੱਥੇ ਸਭ ਤੋਂ ਵੱਧ ਅਸੈਂਬਲੀ ਹਲਕੇ ਪੈਂਦੇ ਨੇ 69 ਜੀ, ਔਰ ਪੰਜਾਬ ਦੀ ਸਿਆਸਤ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਇੱਕ ਧੁਰਾ ਰਿਹਾ ਹੈ, ਸਭ ਤੋਂ ਵੱਧ ਜਿਹੜੇ ਮੁੱਖ ਮੰਤਰੀ ਹੈ ਉਹ ਮਾਲਵਾ ਖਿੱਤੇ 'ਚੋਂ ਆਏ ਨੇ। ਬਿਲਕੁਲ। ਔਰ ਸਰਕਾਰ ਕਿਸ ਦੀ ਬਣਨੀ ਹੈ, ਕਿਸ ਪਾਰਟੀ ਦੀ ਬਣਨੀ ਹੈ, ਉਹ ਮਾਲਵਾ ਤੈਅ ਕਰਦਾ ਹੈ। ਜੀ, ਮਾਲਵੇ 'ਤੇ ਜਿਹੜਾ ਫੈਸਲਾ ਸਾਰਾ ਖੜਦਾ ਹੈਗਾ। ਅਗਰ ਮਾਲਵੇ ਦੇ ਵਿੱਚ ਐਡੀ ਵੱਡੀ ਪੋਲੀਟਿਕਸ, ਐਡੇ ਵੱਡੇ ਘਾਗ ਸਿਆਸਤਦਾਨ ਮਾਲਵੇ ਦੇ ਹੋਏ ਨੇ, ਫਿਰ ਲੋੜ ਤਾਂ ਇਸ ਗੱਲ ਦੀ ਸੀ ਕਿ ਉੱਥੇ ਕੋਈ ਸਮੱਸਿਆ ਹੀ ਨਾ ਹੁੰਦੀ, ਜੀ, ਕਿ ਨਕਸ਼ਾ ਬਦਲਿਆ ਹੁੰਦਾ। ਪਰ ਹੋਲਟ ਰਿਹਾ ਕਿ ਇਹ ਜਿਹੜੀਆਂ ਮੁਸ਼ਕਲਾਂ ਦੇ ਢੇਰ ਹੈ ਜਿਹੜੇ ਸਭ ਤੋਂ ਵੱਡੇ, ਉਹ ਮਾਲਵੇ 'ਚ ਲੱਗੇ ਹੋਏ ਨੇ। ਜੀ, ਜੇ ਆਪਾਂ ਖੇਤੀ ਦੀ ਗੱਲ ਕਰ ਲਈਏ ਤਾਂ ਖੇਤੀ ਦਾ ਸਭ ਤੋਂ ਵੱਡਾ ਸੰਕਟ ਵੈਸੇ ਤਾਂ ਸਮੁੱਚੇ ਪੰਜਾਬ 'ਚ ਹੈਗਾ, ਪਰ ਮਾਲਵੇ 'ਚ ਸਭ ਤੋਂ ਜ਼ਿਆਦਾ ਭਾਰੂ ਹੈ। ਹੁਣ ਤੁਸੀਂ ਕਿਸਾਨਾਂ ਦੇ, ਮਜ਼ਦੂਰਾਂ ਦੇ ਸੁਸਾਈਡ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਤਾਂ ਸਭ ਤੋਂ ਵੱਡਾ ਅੰਕੜਾ ਹੈ ਜਿਹੜਾ ਉਹ ਮਾਲਵੇ 'ਚ ਉੱਭਰ ਕੇ ਆਉਂਦਾ ਹੈਗਾ। ਨਸ਼ਿਆਂ ਦੀ ਗੱਲ ਕਰਦੇ ਆ, ਸਭ ਤੋਂ ਵੱਧ ਨਸ਼ਾ ਜਿਹੜਾ ਉਹ ਮਾਲਵੇ 'ਚ ਹੈਗਾ। ਜੇ ਪਾਣੀ, ਧਰਤੀ ਹੇਠਲੇ ਪਾਣੀ ਦੀ ਗੱਲ ਕਰਦੇ ਆ ਤਾਂ ਸਭ ਤੋਂ ਵੱਧ ਹੈ ਜਿਹੜੇ ਬਲਾਕ ਡਾਰਕ ਜ਼ੋਨ ਦੇ ਵਿੱਚ ਹੈਗੇ ਨੇ ਉਹ ਮਾਲਵੇ ਦੇ ਨੇ। ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਖੇਤੀ ਵਿਭਿੰਨਤਾ ਕਰਨ ਦੇ ਲਈ ਜਾਂ ਕਣਕ ਝੋਨੇ ਦਾ ਗੇੜ ਦਾ ਤੋੜ ਲੱਭਣ ਦੇ ਲਈ ਕੋਈ ਉਪਰਾਲੇ ਨਹੀਂ ਕਦੇ ਕੀਤੇ। ਬਿਲਕੁਲ। ਤਾਂ ਉਹਨਾਂ ਨੇ ਵੱਧ ਤੋਂ ਵੱਡੀ ਗਿਣਤੀ ਦੇ ਵਿੱਚ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ, ਟਿਊਬਵੈੱਲਾਂ ਦੇ ਕਨੈਕਸ਼ਨ ਮਾਲਵੇ ਦੇ ਵਿੱਚ ਵੰਡੇ ਨੇ। ਧਰਤੀ ਹੇਠਲਾ ਪਾਣੀ ਜਿਹੜਾ ਉਹ ਸਭ ਤੋਂ ਥੱਲੇ ਚਲਾ ਗਿਆ। ਇਸ ਤਰ੍ਹਾਂ ਜੋ ਯੂਥ ਦੇ ਬਾਹਰ ਜਾਣ ਦੀ ਗੱਲ ਕਰਦੇ ਆ, ਉਹ ਸਭ ਤੋਂ ਵੱਡਾ ਅੰਕੜਾ ਜਿਹੜਾ ਉਹ ਮਾਲਵੇ 'ਚੋਂ ਆਉਂਦਾ ਹੈਗਾ। ਹੁਣ ਮਾਲਵਾ ਖਿੱਤੇ ਦੇ ਵਿੱਚ ਤੁਸੀਂ ਕਿਤੇ ਵੀ ਨਜ਼ਰ ਮਾਰ ਲਓ, ਲੁਧਿਆਣੇ ਨੂੰ ਛੱਡ ਦਿਓ, ਉਧਰਲੀ ਸਾਈਡ, ਸਾਊਥ ਪੰਜਾਬ ਵਾਲੀ ਸਾਈਡ, ਉਧਰ ਦੇਖੋ ਕਿ ਇੰਡਸਟਰੀ ਕਿੱਥੇ ਹੈ। ਸਾਡੇ ਕੋਲੇ ਇਕੱਲੀ ਬਠਿੰਡਾ ਰਿਫਾਈਨਰੀ ਤੋਂ ਇਲਾਵਾ ਕਿਤੇ ਹੈ ਨਹੀਂ। ਚਾਹੀਦਾ ਸੀ ਕਿ ਐਗਰੋ ਪ੍ਰੋਸੈਸਿੰਗ ਯੂਨਿਟ ਹੁੰਦੇ ਸਾਡੇ ਕੋਲੇ, ਪਰ ਕਿਤੇ ਨਹੀਂ। ਉਲਟਾ ਕਿ ਜਿੰਨੀਆਂ ਸਪਿਨ ਫੈਟ ਦੀਆਂ ਕਤਾਈ ਮਿੱਲਾਂ ਸੀ ਪਿਛਲੇ ਅਰਸੇ ਦੇ ਵਿੱਚ ਉਹ ਵੀ ਪੱਟ ਦਿੱਤੀਆਂ। ਜਿੰਨੀਆਂ ਸਾਡੇ ਕੋਲ ਖੰਡ ਮਿੱਲਾਂ ਸੀ ਮਾਲਵੇ ਦੇ ਵਿੱਚ ਉਹ ਵੀ ਅਸੀਂ ਜਨਤਕ ਖੇਤਰ ਦੀਆਂ ਸਾਰੀਆਂ ਹਟਾ ਦਿੱਤੀਆਂ। ਤਾਂ ਸਮੱਸਿਆ ਤਾਂ ਕਿਤੇ ਨਾ ਕਿਤੇ ਹੈਗੀ ਹੈ ਕਿ ਆਗੂਆਂ ਨੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ। ਤਾਂ ਲੋੜ ਤਾਂ ਇਸ ਗੱਲ ਸੀ ਕਿ ਮਾਲਵਾ ਅੱਜ ਘੁੱਗ ਵਸਦਾ ਹੁੰਦਾ ਤੇ ਬਾਕੀ ਮੈਂ ਤਾਂ ਕਹਿੰਦਾ ਸਮੁੱਚਾ ਪੰਜਾਬ ਘੁੱਗ ਵਸਦਾ ਹੁੰਦਾ। ਪਰ ਸਾਡੇ ਸਿਆਸਤਦਾਨਾਂ ਨੇ ਆਪਣੇ ਪਰਿਵਾਰਾਂ ਵੱਲ, ਆਪਣੇ ਘਰਾਂ ਵੱਲ ਜ਼ਿਆਦਾ ਧਿਆਨ ਦਿੱਤਾ ਔਰ ਪੰਜਾਬ ਨੂੰ ਇਗਨੋਰ ਕਰੀ ਰੱਖਿਆ। ਤਾਂ ਚੰਗਾ ਹੋਵੇ ਕਿ ਜਿਹੜੀ ਹੁਣ ਪੰਜਾਬ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਕੋਈ ਚੰਗਾ ਸਮਝਣਾ ਫੈਸਲਾ ਲੈਣ ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ ਥੋੜ੍ਹੀ ਬਹੁਤੀ ਉਹ ਅਕਲ ਨੂੰ ਹੱਥ ਮਾਰਨ। ਕਿਉਂਕਿ ਕਾਰਨ ਆਤਿਸ਼ ਇਹ ਹੁੰਦਾ ਹੈਗਾ ਕਿ ਸਾਡੇ ਲੀਡਰ ਹੈ ਜਿਹੜੇ, ਜਾਂ ਖਾਸ ਕਰਕੇ ਜਿਹੜੀ ਹਕੂਮਤ ਕਰਦੀ ਪਾਰਟੀ ਹੁੰਦੀ ਹੈ ਜਾਂ ਜਦੋਂ ਹਕੂਮਤ 'ਚ ਬੈਠੀ ਹੁੰਦੀ ਹੈ ਤਾਂ ਜਿੰਨੇ ਵੀ ਫੈਸਲੇ ਲੈਂਦੀਆਂ ਨੇ ਉਹ ਇਹ ਸਮਝ ਕੇ ਲੈਂਦੀਆਂ ਕਿ ਅਸੀਂ ਵੋਟਾਂ ਹਾਸਲ ਕਰਨੀਆਂ ਨੇ। ਜਦੋਂ ਸਾਡੇ ਪੋਲੀਟੀਸ਼ੀਅਨ ਇਹ ਸਮਝ ਲੈਣਗੇ ਕਿ ਇਹ ਸਾਡਾ ਫਰਜ਼ ਬਣਦਾ ਮਸਲੇ ਦਾ ਹੱਲ ਕਰਨਾ, ਤਾਂ ਸਾਰੇ ਮਸਲੇ ਜਿਹੜੇ ਲਾਵਾਡੇ ਉਹ ਹੱਲ ਵੀ ਹੋ ਜਾਣਗੇ। ਜਿਸ ਤਰ੍ਹਾਂ ਨਵਜੋਤ ਸਿੱਧੂ ਕਹਿੰਦਾ ਹੁੰਦਾ ਕਿ ਪੋਲੀਟੀਕਲ ਬਿੱਲ ਦੀ ਲੋੜ ਹੈਗੀ ਹੈ, ਤਾਂ ਫਿਰ ਜ਼ਰੂਰੀ ਨਹੀਂ ਕਿ ਸਾਡੀ ਘਰ ਘਰ ਦੇ ਵਿੱਚ ਗੱਲ ਚੱਲੇ। ਜੇ ਅਗਰ ਲੋਕਾਂ ਦੇ ਅਸੀਂ ਮਸਲੇ ਹੱਲ ਕਰਾਂਗੇ ਤਾਂ ਹਰ ਦਿਲ ਦੇ ਵਿੱਚ ਸਾਡੀ ਗੱਲ ਚੱਲੇਗੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।